ਭਾਰਤ ਚਾਈਨਾ ਬਾਰਡਰ ਤੇ ਜੋ ਚਾਈਨਾ ਵੱਲੋਂ ਹਰਕਤ ਕੀਤੀ ਗਈ ਆ ਉਸ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ ਅਤੇ ਮੰਗ ਉੱਠ ਰਹੀ ਹੈ ਕਿ ਚਾਈਨਾ ਦੇ ਹਰ ਤਰ੍ਹਾਂ ਦੇ ਸਮਾਨ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ, ਕਿਉਂਕਿ ਸਭ ਤੋਂ ਵੱਡੀ ਜਿਹੜੀ ਮਾਰਕੀਟ ਅੱਜ ਚਾਈਨਾ ਦੀ ਹੈ ਭਾਰਤ ਦੇ ਵਿੱਚ ਹੈ। ਆਰਥਿਕ ਤੌਰ ਤੇ ਜਿੰਨਾ ਫਾਇਦਾ ਭਾਰਤ ਤੋਂ ਮਿਲ ਰਿਹਾ ਹੈ ਚਾਈਨਾ ਨੂੰ, ਸ਼ਾਇਦ ਹੀ ਕਿਸੇ ਹੋਰ ਦੇਸ਼ ਤੋਂ ਮਿਲ ਰਿਹਾ ਹੋਵੇਗਾ। ਇਸ ਨੂੰ ਲੈ ਕੇ ਗੱਲ ਕਰਦੇ ਆਮ ਲੋਕਾਂ ਦੇ ਨਾਲ ਕਿ ਬਾਈਕਾਟ ਹੋਣਾ ਚਾਹੀਦਾ ਚਾਈਨਾ ਦੇ ਸਮਾਨ ਦਾ ਜਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਮੇਕ ਇਨ ਇੰਡੀਆ ਦਾ ਨਾਅਰਾ ਦਿੱਤਾ ਗਿਆ, ਉਸ ਦੇ ਵਿੱਚ ਸਰਕਾਰ ਨੇ ਕੀ ਕੀਤਾ ਹੈ ਬਾਹਰ ਦੇ ਜਿਹੜੇ ਹੈਗੇ ਚਾਈਨਾ ਦੇ ਸਮਾਨ ਨੂੰ ਬੰਦ ਕਰਨ ਦੇ ਲਈ। ਪ੍ਰਧਾਨ ਜੀ, ਗੱਲ ਕਰ ਰਹੇ ਆਪਾਂ ਚਾਈਨਾ ਦੇ ਸਮਾਨ ਨੂੰ ਲੈ ਕੇ, ਕੀ ਮੰਨਦੇ ਹੋ ਉਹਦਾ ਬਾਈਕਾਟ ਹੋਣਾ ਚਾਹੀਦਾ ਕਿ ਨਹੀਂ? ਬਾਈਕਾਟ ਕਰਨ ਤੋਂ ਪਹਿਲਾਂ ਮੈਂ ਜਿਹੜੀ ਚੀਨ ਨੇ ਇੱਕ ਬਹੁਤ ਗਲਤ ਹਰਕਤ ਕੀਤੀ ਹੈ, ਸਾਡੇ ਜਿਹੜੇ ਜਵਾਨ ਸ਼ਹੀਦ ਹੋਏ ਹੈ ਉਹਦੀ ਨਿੰਦਾ ਕਰਦਾ ਅਤੇ ਜਿਹੜੇ ਸ਼ਹੀਦ ਆ ਉਹਨਾਂ ਨੂੰ ਨਮਨ ਕਰਦਾ ਕਿ ਉਹਨਾਂ ਨੇ ਦੇਸ਼ ਵਾਸਤੇ ਵੱਡੀ ਕੁਰਬਾਨੀ ਕੀਤੀ ਹੈ। ਪਰ ਜਿਹੜਾ ਬਾਈਕਾਟ ਕਰਨ ਦਾ ਮਸਲਾ ਹੈ ਉਹਨਾਂ ਦੇ ਸਮਾਨ ਦਾ, ਜ਼ਰੂਰ ਕਰਨਾ ਚਾਹੀਦਾ, ਪਰ ਉਹ ਬਾਈਕਾਟ ਤਦੇ ਸਫਲ ਹੋਵੇਗਾ ਜੇ ਅਸੀਂ ਆਪਣੇ ਲੋਕਾਂ ਨੂੰ ਉਸੇ ਰੇਟ ਦੀ ਉਸੇ ਸਟੈਂਡਰਡ ਦੀ ਆਈਟਮ ਖੁਦ ਬਣਾ ਕੇ ਦੇਵਾਂਗੇ, ਲੋਕਾਂ ਨੂੰ ਆਤਮ ਨਿਰਭਰ ਕਰਾਂਗੇ। ਆਤਮ ਨਿਰਭਰਤਾ ਦਾ ਨਾਅਰਾ ਤਾਂ ਮੋਦੀ ਸਾਹਿਬ ਦੇਈ ਜਾਂਦੇ ਹੈ, ਪਰ ਲੋਕਾਂ ਨੂੰ ਉਸ ਕੰਮ ਵਾਸਤੇ ਤਿਆਰ ਨਹੀਂ ਕੀਤਾ ਜਾਂਦਾ, ਲੋਕਾਂ ਨੂੰ ਉਹ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ, ਇੰਡਸਟਰੀਲਿਸਟ ਨੂੰ ਉਹ ਸਹੂਲਤ ਨਹੀਂ ਦਿੱਤੀ ਜਾਂਦੀ ਜਿਹਦੇ ਨਾਲ ਇੰਡਸਟਰੀਲਿਸਟ ਜਿਹੜਾ ਸਮਾਨ ਹੈ ਉਹ ਸਹੀ ਲੈਵਲ ਦਾ ਅਤੇ ਸਹੀ ਰੇਟ ਦੇ ਵਿੱਚ ਲੋਕਾਂ ਨੂੰ ਦੇ ਸਕੇ। ਟੈਕਸ ਹੀ ਇੰਨੇ ਜ਼ਿਆਦਾ ਹੈ। ਸਾਡੀ ਜਿਹੜੀ ਟੈਕਸ ਪ੍ਰਣਾਲੀ ਹੈ ਇਹ ਵੱਡੇ ਸਰਮਾਏਦਾਰਾਂ ਨੂੰ ਲਾਭ ਪਹੁੰਚਾਉਣ ਵਾਲੀ ਹੈ, ਗਰੀਬਾਂ ਦਾ ਖੂਨ ਨਿਚੋੜਨ ਵਾਲੀ ਹੈ। ਇਹਦੇ ਵਿੱਚ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ। ਅਸੀਂ ਉਦੋਂ ਹੀ ਕਾਮਯਾਬ ਹੋਵਾਂਗੇ ਜਦੋਂ ਅਸੀਂ ਲੋਕਾਂ ਨੂੰ ਸਹੀ ਰੇਟ ਵਾਲਾ ਸਮਾਨ ਸਹੀ ਰੇਟ ਤੇ ਦੇ ਸਕਾਂਗੇ। ਤੇ ਲੋਕਾਂ ਵੱਲੋਂ ਅੱਜ ਇੱਕ ਆਵਾਜ਼ ਚੁੱਕੀ ਜਾ ਰਹੀ ਹੈ, ਮੰਗ ਚੁੱਕੀ ਜਾ ਰਹੀ ਹੈ ਕਿ ਇੱਕ ਪਾਸੇ ਮੇਕ ਇਨ ਇੰਡੀਆ ਦੀ ਗੱਲ ਕੀਤੀ ਜਾ ਰਹੀ ਹੈ, ਦੂਜੇ ਪਾਸੇ 1000 ਕਰੋੜ ਰੁਪਏ ਦੀਆਂ ਜਿਹੜੀਆਂ ਹੈਗੀਆਂ ਕਰੋੜਾਂ ਰੁਪਏ ਦੀਆਂ ਮੂਰਤੀਆਂ ਚਾਈਨਾ ਤੋਂ ਖਰੀਦੀਆਂ ਜਾ ਰਹੀਆਂ ਹੈ। ਚਾਈਨੀਜ਼ ਕੰਪਨੀਆਂ ਨੂੰ ਜਿਹੜਾ ਹੈਗਾ ਕਈ ਜਿਹੜਾ ਹੈਗਾ ਠੇਕੇ ਦਿੱਤੇ ਗਏ ਆ ਭਾਰਤ ਦੇ ਵਿੱਚ, ਤੇ ਲਗਾਤਾਰ ਜਿਹੜੀ ਆਦਾਨ ਪ੍ਰਦਾਨ ਹੋ ਰਿਹਾ ਜਿਹੜਾ ਸਮਾਨ ਚਾਈਨੀ ਦਾ, ਉਸ ਦੇ ਉੱਤੇ ਸਰਕਾਰ ਕੀ ਕਰ ਰਹੀ ਹੈ? ਸਰਕਾਰ ਲੋਕਾਂ ਨੂੰ ਤਾਂ ਕਹਿੰਦੀ ਹੈ ਵੀ ਤੁਸੀਂ ਬਾਈਕਾਟ ਕਰੋ, ਪਰ ਆਪ ਬਾਈਕਾਟ ਨਹੀਂ ਕਰਦੀ। ਆਪ ਜਿੰਨੇ ਵੀ ਕੰਮ ਹੈਗੇ ਆ, ਕਿਉਂਕਿ ਉੱਥੋਂ ਕੁਆਲਿਟੀ ਵਧੀਆ ਮਿਲਦੀ ਹੈ ਅਤੇ ਰੇਟ ਵੀ ਘੱਟ ਮਿਲਦਾ ਹੈ, ਸਰਕਾਰ ਉੱਥੋਂ ਹੀ ਖਰੀਦਦੀ ਹੈ। ਸਾਨੂੰ ਇਹ ਧੋਖੇ 'ਚ ਰੱਖਿਆ ਜਾ ਰਿਹਾ ਹੈ, ਲੋਕਾਂ ਨੂੰ ਧੋਖੇ 'ਚ ਰੱਖਿਆ ਜਾ ਰਿਹਾ ਹੈ। ਸਰਕਾਰ ਹੈ ਜਿਹੜੀ ਉਹ ਆਪਣਾ ਮੁਨਾਫਾ ਦੇਖ ਕੇ ਜਾਂ ਕਮਿਸ਼ਨ ਦੇਖ ਕੇ, ਅਫਸਰਸ਼ਾਹੀ ਹੈ ਜਿਹੜੀ ਉਹ ਉੱਥੋਂ ਹੀ ਸਮਾਨ ਖਰੀਦਦੀ ਹੈ, ਜਦ ਕਿ ਇਹ ਬਹੁਤ ਨਿੰਦਣਯੋਗ ਗੱਲ ਹੈ। ਲੋਕਾਂ ਨੂੰ ਕਾਲ ਦਿੱਤੀ ਜਾਂਦੀ ਹੈ ਉਹਦੇ ਵਾਸਤੇ ਪਹਿਲਾਂ ਆਦਰਸ਼ ਬਣਨਾ ਪੈਂਦਾ। ਸਰਕਾਰ ਨੂੰ ਖੁਦ ਆਦਰਸ਼ ਬਣਨਾ ਪਊਗਾ ਕਿ ਆਪਾਂ ਆਤਮ ਨਿਰਭਰ ਹੋਈਏ। ਲੋਕਾਂ ਦੇ ਮਸਲੇ ਲੋਕਾਂ ਦੇ ਰਾਹੀਂ ਚੁਣੀ ਹੋਈ ਸਰਕਾਰ ਨੂੰ ਚਾਹੀਦਾ ਲੋਕਾਂ ਦੀ ਖਾਤਰ ਕੀਤਾ ਜਾਵੇ, ਲੇਕਿਨ ਲੋਕਾਂ ਦੀ ਖਾਤਰ ਨਹੀਂ ਕੀਤਾ ਜਾਂਦਾ। ਇੱਥੇ ਸਰਕਾਰ ਹੈ ਜਿਹੜੀ ਵੱਡੇ ਸਰਮਾਏਦਾਰਾਂ ਦੀ, ਅੰਬਾਨੀ ਅਡਾਨੀ ਦੀ ਸੋਚਦੀ ਹੈ। ਮੂਰਤੀਆਂ 3-3 ਹਜ਼ਾਰ ਕਰੋੜ ਰੁਪਏ ਦੀਆਂ ਲਾਈਆਂ ਜਾਂਦੀਆਂ, ਜਦਕਿ ਮੂਰਤੀ ਲਾਉਣ ਨਾਲੋਂ ਇੰਡਸਟਰੀ ਲਾਓ ਯਾਰ, ਲੋਕਾਂ ਨੂੰ ਰੁਜ਼ਗਾਰ ਮਿਲੇ। ਰੁਜ਼ਗਾਰ ਦੀ ਕੋਈ ਚਿੰਤਾ ਨਹੀਂ ਕਰ ਰਹੇ, ਲੋਕਾਂ ਦੀ ਰੋਟੀ ਦੀ ਕੋਈ ਚਿੰਤਾ ਨਹੀਂ ਕਰ ਰਹੇ, ਸਿਰਫ ਆਪਣਾ ਹੀ ਦੇਸ਼ ਨੂੰ ਹੈ ਜਿਹੜਾ ਧਰਮ ਦੇ ਨਾਂ 'ਤੇ ਵੰਡੀਆਂ ਪਾਈਆਂ ਜਾ ਰਹੀਆਂ। ਬਿਲਕੁਲ, ਇਹਨਾਂ ਨੇ ਗੱਲ ਕੀਤੀ ਕਿ ਸਰਕਾਰ ਜਿਹੜੀ ਹੈਗੀ ਇੱਥੇ ਰੋਜ਼ਗਾਰ ਦੇਣ ਦੇ ਵਿੱਚ ਫੇਲ ਹੋਈ ਹੈ, ਇੰਡਸਟਰੀ ਲਗਾਉਣ ਦੇ ਵਿੱਚ ਫੇਲ ਹੋਈ ਹੈ, ਜਿਸ ਕਰਕੇ ਅੱਜ ਚਾਈਨਾ ਜਿਹੜਾ ਹੈਗਾ ਰਾਜ ਕਰ ਰਿਹਾ ਭਾਰਤ ਦੀ ਮਾਰਕੀਟ ਦੇ ਉੱਤੇ। ਇੱਥੇ ਸਾਡੇ ਖੜੇ ਨੇ ਬਲਵਿੰਦਰ ਸਿੰਘ ਗਿੱਲ ਜੀ, ਜੋ ਕਿ ਦੁਕਾਨਦਾਰ ਵੀ ਨੇ। ਇੱਕ ਗੱਲ ਕਰਦੇ ਹੋਏ, ਗਿੱਲ ਸਾਹਿਬ ਤੁਸੀਂ ਦੁਕਾਨਦਾਰੀ ਵੀ ਚਲਾਉਂਦੇ ਹੋ, ਕਿੰਨੀਆਂ ਆਈਟਮਾਂ ਤੁਹਾਡੇ ਕੋਲ ਚਾਈਨੀਜ਼ ਆਉਂਦੀਆਂ ਹੈ? ਹੁਣ ਲਗਾਤਾਰ ਸ਼ਿਵ ਸੈਨਾ ਵੱਲੋਂ ਜਾਂ ਹੋਰ ਲੋਕਾਂ ਵੱਲੋਂ ਮੰਗ ਚੁੱਕੀ ਜਾ ਰਹੀ ਹੈ ਕਿ ਆਰਥਿਕ ਤੌਰ ਤੇ ਚੀਨ ਨੂੰ ਜਿਹੜਾ ਹੈਗਾ ਕਮਜ਼ੋਰ ਕਰਨ ਵਾਸਤੇ ਉਹਦੇ ਸਮਾਨ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ। ਤੁਸੀਂ ਕੀ ਮੰਨਦੇ ਹੋ? ਦੇਖੋ ਜੀ, ਕਿਸੇ ਗੱਲ ਦੀ ਜੜ ਤੇ ਜਾਣਾ ਚਾਹੀਦਾ ਹੈ। ਉਹ ਪ੍ਰੈਕਟੀਕਲੀ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ, ਇਹ 'ਤੇ ਵਿਚਾਰ ਕਰਨ ਦੀ ਬਹੁਤ ਜ਼ਰੂਰਤ ਹੈ। ਤੁਸੀਂ ਕਿਸੇ ਜਥੇਬੰਦੀ ਦਾ ਨਾਂ ਲਿਆ ਕਿ ਵਿਰੋਧ ਕਰਾਂਗੇ, ਤੋੜਪੰਨ ਕਰਾਂਗੇ, ਕਰਾਂਗੇ, ਬੋਰਡ ਹਟਾ ਦਾਂਗੇ, ਤੇ ਜਿਹੜੇ ਬੋਰਡ ਤੋੜਨ ਜਾਓਗੇ ਉਹ ਬੋਰਡ ਚਾਈਨਾ ਦੇ ਥੋੜੀ, ਬੋਰਡ ਤੇ ਸਾਡੇ ਹੈ। ਸਾਡੀ ਦੁਕਾਨਾਂ ਤੇ ਡਿਸਪਲੇ ਹੈ, ਸਾਡੀ ਦੁਕਾਨ ਤੇ ਲੱਗੀ ਹੈ। ਜੋ ਉੱਥੇ ਐਸੈਟਸ ਨੇ ਉਹ ਸਾਡੇ ਨੇ। ਜੋ ਮਾਲ ਅਸੀਂ ਚਾਈਨਾ ਤੋਂ ਆਇਆ, ਪਾਕਿਸਤਾਨ ਤੋਂ ਆਇਆ, ਜਰਮਨ ਤੋਂ ਆਇਆ, ਉਹ ਅਸੀਂ ਪੈਸੇ ਦੇ ਕੇ ਖਰੀਦਿਆ ਹੋਇਆ, ਉਹ ਅਸੀਂ ਆਪਣੀ ਦੁਕਾਨਾਂ 'ਚ ਰੱਖਿਆ ਹੋਇਆ, ਜਾਂ ਸਰਕਾਰ ਸਾਨੂੰ ਉਹਦੇ ਪੈਸੇ ਬਣਦੇ ਪੈਸੇ ਦੇ ਕੇ ਆਪਣਾ ਵਾਪਸ ਲੈ ਲਵੇ। ਬਿਲਕੁਲ ਜੀ, ਅਗਰ ਸਮਾਨ ਜਿਹੜਾ ਹੈਗਾ ਨਹੀਂ ਵੇਚੇ ਜਾਣਾ ਤਾਂ ਉਹਦੇ ਪੈਸੇ ਤੁਹਾਨੂੰ ਜ਼ਰੂਰ ਦਿੱਤੇ ਜਾਣਗੇ। ਤੇ ਉਹ ਜਿਹੜੀ ਗੱਲ ਕਰਦੇ ਤੁਸੀਂ ਵਿਰੋਧ ਦੀ ਜਿਹੜੀ ਹੈਗੀ ਤੇਰੇ ਸ਼ਿਵ ਸੈਨਾ ਦੀ, ਉਹ ਕਹਿੰਦੇ ਐਡਵਰਟਾਈਜ਼ਮੈਂਟ ਜਿਹੜੀ ਚਾਈਨਾ ਕੰਪਨੀਆਂ ਦੀ ਕਰ ਰਹੇ ਬੋਰਡ, ਉਹ ਅਸੀਂ ਤੋੜਾਂਗੇ 48 ਘੰਟੇ ਦੇ ਵਿੱਚ, ਕਿਉਂਕਿ ਚਾਈਨਾ ਨੂੰ ਐਡਵਰਟਾਈਜ਼ਮੈਂਟ ਹੁੰਦੀ ਹੈ ਤੇ ਉਹਨਾਂ ਦਾ ਸਮਾਨ ਵਿਕਦਾ ਹੈ। ਵੇਖੋ ਜੀ, ਇੰਨੀ ਬਹਾਦਰੀ ਨਹੀਂ ਹੈ ਕਿ ਤੋੜ ਦੇਣਗੇ। ਜੇ ਤੋੜਨਗੇ, ਜਨਤਾ ਦੀ
ਪ੍ਰਾਪਰਟੀ ਦਾ ਨੁਕਸਾਨ ਕਰਨਗੇ ਤੇ ਉੱਥੇ ਉਹਨਾਂ ਨੂੰ ਜ਼ਬਰਦਸਤ ਵਿਰੋਧ ਝੇਲਣਾ ਪਏਗਾ। ਇੱਕ ਬਹੁਤ ਬੜੀ ਸੰਖਿਆ ਦੇ ਵਿੱਚ ਵਪਾਰੀ ਨੇ, ਵਪਾਰੀਆਂ ਦਾ ਨੁਕਸਾਨ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇੱਕ ਵਪਾਰੀ ਆਗੂ ਹੋਣ ਦੇ ਨਾਤੇ ਮੈਂ ਇਹ ਗੱਲ ਉਹਨਾਂ ਅਨਸਰਾਂ ਨੂੰ ਆਪਣੇ ਵੱਲੋਂ ਪਹੁੰਚਾਉਣਾ ਚਾਹੁੰਦਾ ਵਾਂ, ਜੇ ਇਹੋ ਜਿਹੀ ਕੋਈ ਵੀ ਸੋਚ ਰੱਖੀ ਜਾਏਗੀ, ਇਹੋ ਜਿਹੀ ਕੋਈ ਵੀ ਗੱਲ ਰੱਖੀ ਜਾਏਗੀ ਤੇ ਉਹਦਾ ਸਖਤ ਵਿਰੋਧ ਕੀਤਾ ਜਾਏਗਾ। ਪੂਰਾ ਸਮਾਜ ਉਹਦਾ ਵਿਰੋਧ ਕਰੇਗਾ, ਪੂਰਾ ਵਪਾਰੀ ਉਹਦਾ ਵਿਰੋਧ ਕਰੇਗਾ। ਜੋ ਚਾਈਨਾ ਦੇ ਖਿਲਾਫ ਅੱਜ ਮੰਗ ਉੱਠ ਰਹੀ ਹੈ ਕਿ ਉਹਦੇ ਸਮਾਨ ਦਾ ਬਾਈਕਾਟ ਕਰਨਾ ਚਾਹੀਦਾ, ਆਰਥਿਕ ਤੌਰ ਤੇ ਜਿਹੜਾ ਹੈਗਾ ਕਮਜ਼ੋਰ ਕਰਨਾ ਚਾਹੀਦਾ, ਕਿਉਂਕਿ ਜੋ ਪੈਸਾ ਚਾਈਨਾ ਸਾਡੀ ਭਾਰਤ ਦੀ ਮਾਰਕੀਟ ਤੋਂ ਚੱਕਦਾ ਉਹੀ ਪੈਸਾ ਸਾਡੇ ਦੇਸ਼ ਦੇ ਖਿਲਾਫ ਅੱਜ ਜਿਹੜਾ ਹੈਗਾ ਵਰਤਿਆ ਜਾ ਰਿਹਾ, ਚਾਹੇ ਫੌਜ ਦੇ ਰੂਪ ਦੇ ਵਿੱਚ, ਚਾਹੇ ਹਥਿਆਰਾਂ ਦੇ ਰੂਪ ਦੇ ਸਾਡੇ ਖਿਲਾਫ ਯੂਜ਼ ਕੀਤਾ ਜਾ ਰਿਹਾ। ਕੀ ਮੰਨਦੇ ਹੋ ਸਮਾਨ ਦਾ ਬਾਈਕਾਟ ਹੋਣਾ ਚਾਹੀਦਾ ਤੇ ਉਹਦਾ ਕੀ ਬਦਲ ਹੋਣਾ ਚਾਹੀਦਾ? ਦੇਖੋ ਜੀ, ਤੁਸੀਂ ਫੌਜ ਦੀ ਗੱਲ ਕੀਤੀ ਹੈ, ਬਹੁਤ ਹੀ ਸਤਿਕਾਰਯੋਗ ਸਾਡਾ ਇੱਕ ਹਿੱਸਾ ਨੇ ਫੌਜ। ਔਰ ਅੱਜ ਸਾਡੇ ਵੀਰ ਸਪੂਤ ਜਿਹੜੇ 20 ਜਾਂ 21 ਜਿੰਨੇ ਵੀ ਜਵਾਨ ਸਾਡੇ ਸ਼ਹੀਦ ਹੋਏ ਨੇ, ਉਹਨਾਂ ਦੀ ਸ਼ਹਾਦਤ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਜਾਂ ਮਾਤਾ ਪਿਤਾ ਨੂੰ ਅਸੀਂ ਆਪਣੇ ਵੱਲੋਂ ਇਹ ਆਸ਼ਵਾਸਨ ਦਿੰਦੇ ਹਾਂ ਕਿ ਅਸੀਂ ਸਾਰਾ ਦੇਸ਼, ਸਾਰਾ ਵਪਾਰੀ ਵਰਗ ਉਹਨਾਂ ਦੇ ਨਾਲ ਖੜਾ ਹੈ। ਦੂਸਰੀ ਗੱਲ ਕੀ ਹੈ, ਜਿਹੜੀ ਤੁਸੀਂ ਗੱਲ ਕਹੀ ਹੈ ਵੀ ਬਾਈਕਾਟ ਕਰਨ ਦੀ, 101% ਮੈਂ ਸੱਜਣ ਜੀ ਤੁਹਾਡੀ ਗੱਲ ਨਾਲ ਸਹਿਮਤ ਹਾਂ। ਬਾਈਕਾਟ ਹੋਣਾ ਚਾਹੀਦਾ, ਪਰ ਸਵਾਲ ਇਸ ਗੱਲ ਦਾ ਉਹਦਾ ਅਲਟਰਨੇਟ ਕੀ ਹੈ? ਜਿਹੜਾ ਮਾਲ ਅੰਦਰ ਪਿਆ ਉਹਨੂੰ ਕਿਸ ਤਰ੍ਹਾਂ ਡਿਸਪੋਜ਼ ਕਰਾਂਗੇ? ਜਿਹੜਾ ਮਾਲ ਅੰਦਰ ਪਿਆ ਉਹਨਾਂ ਨੂੰ ਵੇਚਾਂਗੇ ਨਹੀਂ, ਉਹਨਾਂ ਨੂੰ ਸੁੱਟਾਂਗੇ, ਉਹਨਾਂ ਨੂੰ ਕਿੱਥੇ ਲੈ ਜਾਵਾਂਗੇ? ਉੱਤੇ ਪੈਸੇ ਲੱਗੇ ਹੋਏ ਆ, ਔਰ ਪੈਸੇ ਵੀ ਬੈਂਕਾਂ ਦੇ ਲਿਮਟਾਂ ਨੇ, ਇਸ ਤੋਂ ਬਾਅਦ ਲੋਨ ਨੇ, ਉਹਨਾਂ ਲਿਮਿਟ ਔਰ ਲੋਨ ਦੇ ਨਾਲ ਅਸੀਂ ਉਹ ਮਾਲ ਖਰੀਦਿਆ ਹੋਇਆ, ਉਹ ਮਾਲ ਅਸੀਂ ਕਿੱਥੇ ਸੁੱਟਣ ਜਾਵਾਂਗੇ? ਚਲੋ ਇਹ ਗੱਲ ਜਿਹੜੀ ਆਪਾਂ ਤੁਹਾਡੀ ਗੱਲ ਕਰੀ, ਚਲੋ ਸਰਕਾਰ ਸਮਾਂ ਦੇ ਦੇਗੀ ਤੁਹਾਨੂੰ, 2 ਮਹੀਨੇ 3 ਮਹੀਨੇ ਦਾ ਮੰਨ ਲਓ ਦੇ ਦਿੰਦੀ ਆ ਵੀ ਚਲੋ ਵੇਚ ਲਓ ਜਿਹੜਾ ਸਮਾਨ ਤੁਹਾਡੇ ਕੋਲ ਪਿਆ। ਪਰੰਤੂ ਗੱਲ ਇਹ ਹੈ ਕਿ ਅੱਗੇ ਤੋਂ ਜੇ ਅਗਰ ਬਾਈਕਾਟ ਕੀਤਾ ਜਾਂਦਾ ਕਿ ਉਹਦਾ ਬਦਲ ਕੀ ਹੋਣਾ ਚਾਹੀਦਾ, ਕਿਉਂਕਿ ਚਾਈਨਾ ਦਾ ਸਮਾਨ ਆ ਜਿਹੜਾ 50 ਰੁਪਏ ਦਾ, ਅਗਰ ਉਹੀ ਇੰਡੀਅਨ ਦੀ ਗੱਲ ਕੀਤੀ ਜਾਵੇ ਸਮਾਨ ਦੀ, ਉਹ 500 ਰੁਪਏ ਦਾ ਮਿਲਦਾ ਤੇ ਗਰੀਬ ਬੰਦੇ ਨੂੰ ਜਿਹੜਾ ਹੈਗਾ ਇਹ ਮਤਲਬ ਨਹੀਂ ਹੈਗਾ ਕਿ ਚਾਈਨਾ ਤੋਂ ਆਇਆ ਜਾਂ ਪਾਕਿਸਤਾਨ ਤੋਂ ਆਇਆ, ਉਹਨੇ ਆਪਣੀ ਜੇਬ ਦੇਖ ਕੇ ਸਮਾਨ ਖਰੀਦਣਾ। ਇਸ ਨੂੰ ਲੈ ਕੇ ਤੁਸੀਂ ਕੀ ਦੇਖਦੇ ਹੋ ਕਿ ਸਰਕਾਰ ਨੂੰ ਜਿਹੜਾ ਉਹਦਾ ਕੀ ਬਦਲ ਕਰਨਾ ਚਾਹੀਦਾ? ਸੱਜਣ ਜੀ, ਭਾਰਤ ਵਰਸ਼ ਦੀ ਅਰਥ ਵਿਵਸਥਾ ਹੋਰ ਐਰਿਸਟੋਕ੍ਰੇਸੀ, ਡੈਮੋਕ੍ਰੇਸੀ ਦਾ ਉਹ ਹਾਲ ਹੋਇਆ ਹੈ ਕਿ ਆਪਾਂ ਹੁਣ ਇੰਨੇ ਵੱਡੇ ਬਦਲ ਦੀ ਗੱਲ ਕਰ ਰਹੇ ਹਾਂ, ਇੰਨੇ ਵੱਡੇ ਬਾਈਕਾਟ ਦੀ ਗੱਲ ਕਰ ਰਹੇ ਹਾਂ। ਇੱਕ ਇੰਡਸਟਰੀ ਚਲਾਣੀ ਮੁਸ਼ਕਲ ਹੈ। ਪਿਛਲੇ ਦਿਨਾਂ ਕਈ ਇੰਡਸਟਰੀਆਂ ਬੰਦ ਹੋਈਆਂ ਨੇ, ਕਈ ਬੰਦ ਹੋਣ ਦੀ ਤਿਆਰੀ ਤੇ ਨੇ। ਸਵਾਲ ਇਸ ਗੱਲ ਦਾ ਹੈ ਕਿ ਪਹਿਲਾਂ ਤੁਸੀਂ ਪ੍ਰੋਡਕਟਿਵਿਟੀ ਦੀ ਤਾਂ ਗੱਲ ਕਰੋ, ਪ੍ਰੋਡਕਸ਼ਨ ਦੀ ਗੱਲ ਕਰੋ, ਚੀਜ਼ ਪੈਦਾ ਔਰ ਕਰਨ ਦੀ ਗੱਲ ਕਰੋ, ਬਣਾਉਣ ਦੀ ਗੱਲ ਕਰੋ। ਇਸ ਤੋਂ ਬਾਅਦ ਅਸੀਂ ਬਦਲਾਅ ਕਰਾਂਗੇ। ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਹੀ ਹੈ, ਮੈਂ ਹੱਕ 'ਚ ਹੈਗਾ ਵਾਂ, ਮੈਂ ਵੀ ਚਲੋ ਕਰ ਦਿੱਤਾ। ਪਰ ਸਵਾਲ ਇਸ ਗੱਲ ਦਾ ਹੈ ਕਿ ਜੇ ਇੱਕ ਬੱਚੇ ਨੂੰ ਡਾਈਪਰ ਦੀ ਲੋੜ ਹੈ, ਜੇ ਇੱਕ ਬੱਚੇ ਨੂੰ ਡਰਾਪਰ ਦੀ ਲੋੜ ਹੈ, ਤੇ ਜੇ ਉਹ ਚਾਈਨਾ ਤੋਂ ਆ ਰਿਹਾ ਹੈ, ਤੁਸੀਂ ਬੰਦ ਕਰ ਦਿੱਤਾ, ਉਹ ਡਰਾਈਪਰ ਕਿੱਥੋਂ ਪ੍ਰੋਵਾਈਡ ਕੀਤਾ ਜਾਏਗਾ? ਡਰਾਪਰ ਸਵਾਲ ਤੇ ਇਸ ਗੱਲ ਦਾ ਨਾ, ਤੁਸੀਂ ਸਮਾਨ ਨੂੰ ਕਿੱਥੋਂ ਪੈਦਾ ਕਰੋਗੇ? ਜਾਂ ਤੇ ਤੁਸੀਂ ਕੋਈ ਦੂਸਰੀ ਕੰਟਰੀ ਤਿਆਰ ਕਰੋ ਇੰਪੋਰਟ ਕਰਨ ਵਾਸਤੇ, ਜਾਂ ਆਪਣੇ ਅੰਦਰ ਸਭ ਤੋਂ ਪਹਿਲਾਂ ਸਾਰੀ ਡਿਵੈਲਪਮੈਂਟ ਕਰੋ, ਸਭ ਤੋਂ ਪਹਿਲਾਂ ਇੰਡਸਟਰੀ ਲਾਓ, ਪ੍ਰੋਡਕਟਿਵਿਟੀ ਵਧਾਓ। ਜਦੋਂ ਸਾਰਾ ਕੰਮ ਤੁਹਾਡਾ ਹੋ ਜਾਏਗਾ, ਇਸ ਤੋਂ ਬਾਅਦ ਤੁਸੀਂ ਲੈਣਾ ਬੰਦ ਕਰ ਦਿਓ। ਔਰ ਜੇ ਮਤਲਬ 35 ਸੈਕਟਰ ਅਸੀਂ ਸਿਰਫ ਇਸ ਗੱਲ ਦੀ ਗੱਲ ਕਰ ਰਹੇ ਹਾਂ ਕਿ ਅਸੀਂ ਕਿਸੇ ਚੀਜ਼ ਦਾ ਵਿਰੋਧ ਕਰਨਾ ਚੰਗੀ ਗੱਲ, ਕਰਨਾ ਚਾਹੀਦਾ। ਵਿਰੋਧ ਕਰਨ ਦੇ ਹੋਰ ਵੀ ਬਹੁਤ ਤਰੀਕੇ ਨੇ, ਵਿਰੋਧ ਕਰਨ ਦੇ ਔਰ ਜਵਾਬ ਦੇਣ ਦੇ ਚਾਈਨਾ ਨੂੰ ਬਹੁਤ ਤਰੀਕੇ ਹੈਗੇ ਆ। ਡੈਮੋਕ੍ਰੈਟਿਕ ਵੇ 'ਚ ਵੀ ਹੈਗੇ ਆ, ਹੈ ਨਾ, ਹੋਰ ਫਾਈਨੈਂਸ਼ੀਅਲ ਸਿਸਟਮ ਦੇ ਨਾਲ ਵੀ ਹੈਗੇ ਆ। ਪਰ ਉਹ ਤਰੀਕੇ ਨਾਲ ਕੰਮ ਹੋਏਗਾ, ਸਿਰਫ ਸਿਆਸਤ ਕਰਨ ਨਾਲ, ਰੌਲਾ ਪਾਉਣ ਨਾਲ ਕੰਮ ਨਹੀਂ ਹੋਏਗਾ। ਔਰ ਦੂਸਰੀ ਗੱਲ ਫਿਰ ਮੈਂ ਇੱਕ ਦੌਰਾਨ ਜਾ ਰਿਹਾ ਵਾਂ, ਜੇ ਵਪਾਰੀਆਂ ਦੇ ਖਿਲਾਫ ਕੋਈ ਵੀ ਗੱਲ ਕੀਤੀ ਜਾਏਗੀ ਉਹਦਾ ਡਟ ਕੇ ਵਿਰੋਧ ਹੋਏਗਾ, ਕਿਸੇ ਦਾ ਨੁਕਸਾਨ ਬਰਦਾਸ਼ਤ ਨਹੀਂ ਕੀਤਾ ਜਾਏਗਾ। ਬਿਲਕੁਲ ਜੀ, ਬਲਵਿੰਦਰ ਸਿੰਘ ਗਿੱਲ ਜੀ ਨੇ ਦੱਸਿਆ ਕਿ ਸਰਕਾਰ ਨੂੰ ਪਹਿਲਾਂ ਉਹਦਾ ਬਦਲਾਅ ਲੱਭਣਾ ਪਵੇਗਾ ਅਗਰ ਬਾਈਕਾਟ ਕਰਨਾ ਸਮਾਨ ਦਾ, ਕਿਉਂਕਿ ਗਰੀਬ ਲੋਕ ਜਿਹੜੇ ਹੈਗੇ ਆ ਜਿਨ੍ਹਾਂ ਦੀ ਸਮਰੱਥਾ ਸਸਤਾ ਸਮਾਨ ਖਰੀਦਣ ਦੀ ਆ, ਉਹ ਮੈਂ ਜ਼ਿਆਦਾ ਪੈਸੇ ਨਹੀਂ ਖਰਚ ਸਕਦੇ, ਉਹਨਾਂ ਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਸਮਾਨ ਪਾਕਿਸਤਾਨ ਤੋਂ ਆਇਆ ਜਾਂ ਚਾਈਨਾ ਤੋਂ ਆਇਆ। ਕਿਤੇ ਨਾ ਕਿਤੇ ਸਰਕਾਰ ਨੇ ਜੋ ਮੇਕ ਇਨ ਇੰਡੀਆ ਦਾ ਨਾਅਰਾ ਦਿੱਤਾ ਹੈ, ਉਸ ਦੇ ਤਹਿਤ ਸਰਕਾਰ ਜਿਹੜੀ ਹੈਗੀ ਇੰਡਸਟਰੀ ਲਗਾ ਕੇ ਲੋਕਾਂ ਨੂੰ ਇੱਥੇ ਉਹ ਸਮਾਨ ਮੁਹੱਈਆ ਕਰਵਾਵੇ ਜੋ ਚਾਈਨਾ ਜਿਹੜਾ ਹੈਗਾ ਘੱਟ ਰੇਟ 'ਤੇ ਇੱਥੇ ਵਧੀਆ ਕੁਆਲਿਟੀ ਦਾ ਦਿੰਦਾ ਹੈ। ਹਰਪ੍ਰੀਤ ਕਾਲੋ ਜੀ, ਤੁਸੀਂ ਕੀ ਮੰਨਦੇ ਹੋ ਜਿਹੜਾ ਚਾਈਨਾ ਦੇ ਸਮਾਨ ਨੂੰ ਲੈ ਕੇ ਬਾਈਕਾਟ ਦੀਆਂ ਗੱਲਾਂ ਚੱਲ ਰਹੀਆਂ, ਕਿ ਤੁਸੀਂ ਕੀ ਮੰਨਦੇ ਹੋ? ਪਹਿਲਾਂ ਸਭ ਤੋਂ ਪਹਿਲਾਂ ਸੱਜਣ ਸੈਣੀ ਜੀ, ਮੈਂ ਹਿੰਦੁਸਤਾਨ ਦੇ ਉਹਨਾਂ ਨੌਜਵਾਨਾਂ ਨੂੰ, ਹਿੰਦੁਸਤਾਨ ਦੇ ਉਹਨਾਂ ਪੁੱਤਰਾਂ ਨੂੰ ਸਲਾਮ ਕਰਦਾ ਤੇ ਸ਼ਹੀਦੀ ਨੂੰ ਹੱਥ ਜੋੜ ਕੇ ਮੈਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਜਿਹੜੇ ਅੱਜ ਚਾਈਨਾ ਦੇ ਬਾਰਡਰ ਤੇ ਲੜ ਕੇ ਸਾਡੇ ਲਈ, ਸਾਡੇ ਹਿੰਦੁਸਤਾਨ ਦੇ ਲਈ ਸ਼ਹੀਦ ਹੋ ਗਏ। ਬਾਕੀ ਗੱਲ ਮੋਦੀ ਦੀ ਰਹਿ ਗਈ, ਹਿੰਦੁਸਤਾਨ ਦੀ ਰਹਿ ਗਈ ਕਿ ਜਿਵੇਂ ਕਹਿੰਦੇ ਕਿ ਚਾਈਨਾ ਦਾ ਬਾਈਕਾਟ ਕਰਨਾ ਚਾਹੀਦਾ। ਇਸ ਦੁੱਖ ਦੀ ਘੜੀ ਦੇ ਵਿੱਚ
ਪਹਿਲਾਂ ਅਸੀਂ ਸਾਰੇ ਪਰਿਵਾਰ ਦੇ ਨਾਲ ਖੜੇ ਹਾਂ ਔਰ ਮੈਂ ਵੀ ਚਾਹੁੰਦਾ, ਜੋ ਮੇਰਾ ਨਿੱਜੀ ਵਿਚਾਰ ਹੈ ਕਿ ਚਾਈਨਾ ਦਾ ਬਿਲਕੁਲ ਬਾਈਕਾਟ ਹੋਣਾ ਚਾਹੀਦਾ ਔਰ ਹਰ ਕੰਡੀਸ਼ਨ ਤੇ ਹਰ ਹਾਲਤ 'ਚ ਬਿਲਕੁਲ ਚਾਈਨਾ ਦੇ ਨਾਲ ਸਾਡਾ ਕੋਈ ਵੀ ਸੰਬੰਧ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਚਾਈਨਾ ਇਹੋ ਜਿਹੀਆਂ ਘਟੀਆਂ ਹਰਕਤਾਂ ਕਰਦਾ ਰਹੇਗਾ। ਪਰ ਦੂਸਰੀ ਗੱਲ ਪੱਤਰਕਾਰ ਸਾਹਿਬ ਇਹ ਹੈ ਕਿ ਚਾਈਨਾ ਤੋਂ ਸਿੱਖਣ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਇੰਡੀਆ ਨੂੰ। ਅੱਜ ਹਿੰਦੁਸਤਾਨ ਦਾ ਬੰਦ ਕਰਨ ਦੀ ਗੱਲ ਕਹਿ ਰਹੇ ਹਾਂ, ਪਰ ਹਿੰਦੁਸਤਾਨ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਹਿੰਦੁਸਤਾਨ ਲਗਭਗ 70% ਚਾਈਨਾ ਦੇ ਅੱਜ ਡਿਪੈਂਡ ਹੋ ਕੇ ਰਹਿ ਗਿਆ। ਹਿੰਦੁਸਤਾਨ ਦੇ ਵਿੱਚ ਅੱਜ ਇੰਡਸਟਰੀ ਬਰਬਾਦ ਹੋ ਰਹੀ ਔਰ ਚਾਈਨਾ ਦੇ ਵਿੱਚ ਘਰ ਘਰ ਜਾ ਕੇ ਦੇਖੋ, ਅਗਰ ਤੁਸੀਂ ਕਦੇ ਵਿਜ਼ਿਟ ਕੀਤਾ ਹੋਵੇ ਜਾਂ ਤੁਸੀਂ ਮੀਡੀਆ ਥਰੂ ਦੇਖੋ, ਚਾਈਨਾ ਦੇ ਵਿੱਚ ਘਰ ਘਰ ਦੇ ਵਿੱਚ ਇੰਡਸਟਰੀ ਹੈ। ਜਿਹੜੀ ਚੀਜ਼ ਇੱਥੇ 100 ਰੁਪਏ ਦੀ ਪ੍ਰਾਪਤ ਹੁੰਦੀ, ਚਾਈਨਾ ਹਿੰਦੁਸਤਾਨ ਦੇ ਵਿੱਚ ਉਹ 15 ਔਰ 20 ਰੁਪਏ ਦੇ ਵਿੱਚ ਸੇਲ ਕਰ ਦਿੰਦਾ। ਤੇ ਕੌਣ ਜ਼ਿੰਮੇਵਾਰ ਹੈ ਜਾਂ ਅਗਰ ਚਾਈਨਾ ਦੀ ਮਾਰਕੀਟ ਅੱਜ ਇੱਥੇ ਜਿਹੜੀ ਹੈਗੀ ਵੱਧ ਫੁੱਲ ਰਹੀ ਆ ਇੰਡੀਆ ਦੇ ਵਿੱਚ, ਪਰੰਤੂ ਸਾਡੀਆਂ ਇੰਡਸਟਰੀਆਂ ਉਦਯੋਗ ਬੰਦ ਹੋ ਰਿਹਾ, ਕੌਣ ਜ਼ਿੰਮੇਵਾਰ ਹੈ? ਇੱਥੇ ਸਿੱਧਾ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਬਿਲਕੁਲ ਫੇਲ ਹੈ। ਹਿੰਦੁਸਤਾਨ ਦੀ ਸਰਕਾਰ ਦੀ ਨਲਾਇਕੀ ਹੈ ਕਿ ਕਿੱਥੇ ਤੁਹਾਡਾ ਜਿਹੜਾ ਇੰਡੀਆ, ਦੇਖੋ ਦੇਸ਼ ਦੀ ਤਰੱਕੀ ਦਾ ਜਿਹੜਾ ਮੇਨ ਸੋਰਸ ਹੈ ਉਹ ਇੰਡਸਟਰੀ ਹੈ ਔਰ ਹਿੰਦੁਸਤਾਨ ਦੇ ਵਿੱਚ ਇੰਡਸਟਰੀ ਉੱਜੜ ਰਹੀ ਔਰ ਚਾਈਨਾ ਦੇ ਵਿੱਚ ਉਲਟ ਚਾਈਨਾ ਦੇ ਵਿੱਚ ਘਰ ਘਰ ਇੰਡਸਟਰੀ ਵੱਧ ਰਹੀ ਹੈ। ਇਸ ਦਾ ਸਿੱਧਾ ਜਿਹੜਾ ਵੀ ਹੈ ਹਿੰਦੁਸਤਾਨ ਦੀਆਂ ਸਰਕਾਰਾਂ ਜਾਂ ਪਿਛਲੀਆਂ ਕਾਂਗਰਸ ਸਰਕਾਰ ਹੀ ਜਾਂ ਹੁਣ ਮੌਜੂਦਾ ਬੀਜੇਪੀ ਦੀ ਜਿਹੜੀ ਸਰਕਾਰ ਹੈ ਉਹ ਜ਼ਿੰਮੇਵਾਰ ਹੈ ਇਸ ਚੀਜ਼ ਦੇ ਲਈ। ਬਿਲਕੁਲ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ। ਜਿਹੜੀ ਇੰਡਸਟਰੀ ਸਾਡੀ ਜਿਹੜੀ ਹੈਗੀ ਹਿੰਦੁਸਤਾਨ ਦੀ ਖਤਮ ਹੁੰਦੀ ਜਾ ਰਹੀ ਹੈ ਤੇ ਚਾਈਨਾ ਲਗਾਤਾਰ ਇੱਥੇ ਪੂਰੀ ਆਪਣੀ ਮਾਰਕੀਟ ਜਮਾ ਰਿਹਾ ਤੇ ਉਹੀ ਪੈਸਾ ਇਕੱਠਾ ਕਰਕੇ ਅੱਜ ਸਾਡੇ ਭਾਰਤ ਦੇ ਖਿਲਾਫ ਵਰਤਿਆ ਜਾ ਰਿਹਾ ਹੈ। ਉਹ ਚਾਈਨਾ ਆਪਣੀ ਫੌਜ ਨੂੰ ਮਜ਼ਬੂਤ ਕਰ ਰਿਹਾ, ਆਪਣੇ ਹਥਿਆਰਾਂ ਦੇ ਵਿੱਚ ਵਾਧਾ ਕਰ ਰਿਹਾ, ਉਹੀ ਪੈਸਾ ਅੱਜ ਸਾਡੇ ਖਿਲਾਫ ਵਰਤਿਆ ਜਾ ਰਿਹਾ। ਕੀ ਨਾਮ ਹੈ ਸਰ ਆਪਣਾ? ਚਮਨ ਲਾਲ, ਬਲਾਕ ਪ੍ਰਧਾਨ ਹਲਕਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ ਗੱਲ ਕੀਤੀ ਜਾ ਰਹੀ ਹੈ ਬਾਈਕਾਟ ਨੂੰ ਲੈ ਕੇ? ਠੀਕ ਹੈ, ਗੱਲ ਦੋ ਤਿੰਨ ਚੀਜ਼ਾਂ ਬਹੁਤ ਕਲੀਅਰ ਹੈ। ਜਦੋਂ ਤੱਕ ਸਾਡੀ ਇੰਡਸਟਰੀ ਨਹੀਂ ਆਈ, ਜਦ ਤੱਕ ਪ੍ਰੋਡਕਸ਼ਨ ਨਹੀਂ ਠੀਕ ਹੋਈ ਔਰ ਪ੍ਰੋਡਕਸ਼ਨ ਦਾ ਬੇਸ ਕਾਰਨ ਹੈ ਕਰਪਸ਼ਨ, ਜਦ ਤੱਕ ਹਿੰਦੁਸਤਾਨ 'ਚ ਵਿਆਪਕ ਤੌਰ 'ਤੇ ਕਰਪਸ਼ਨ ਹੈ, ਜਦੋਂ ਤੱਕ ਚੀਜ਼ਾਂ ਵੀ ਮਹਿੰਗੀਆਂ ਮਿਲਣਗੀਆਂ ਔਰ ਇੰਡਸਟਰੀ ਵੀ ਘੱਟ ਲੱਗੇਗੀ। ਕਿਉਂਕਿ ਜਿਹੜਾ ਵੀ ਇੰਡਸਟਰੀ ਲਾਉਣ ਜਾਂਦਾ ਹੈ ਉਹਦਾ ਅੱਧਾ ਹਿੱਸਾ ਦਾ ਪਹਿਲਾ ਮੰਤਰੀ ਕਹਿੰਦਾ ਮੈਨੂੰ ਦੇ ਦਿਓ। ਇਹ ਜਿਹੜਾ ਕਰਪਸ਼ਨ ਹੈ ਨਾ ਜੀ, ਜਦ ਤੱਕ ਪ੍ਰੋਡਕਸ਼ਨ ਹੀ ਖਤਮ ਹੋਈ, ਜਦ ਤੱਕ 50 ਰੁਪਏ ਦੀ ਚੀਜ਼ 500 ਨੂੰ ਮਿਲਣੀ ਹੈ। ਬਿਲਕੁਲ, ਇਹਨਾਂ ਨੇ ਦੱਸਿਆ ਕਿ ਜਿਹੜੀ ਕਰਪਸ਼ਨ ਜਿਹੜੀ ਹੈਗੀ ਜਦੋਂ ਤੱਕ ਖਤਮ ਨਹੀਂ ਹੁੰਦੀ ਉਦੋਂ ਤੱਕ ਭਾਰਤ ਦੇ ਵਿੱਚ ਜਿਹੜੀ ਹੈਗੀ ਹੈ ਮਹਿੰਗਾਈ ਇਸੇ ਤਰ੍ਹਾਂ ਵਧਣਗੀ, ਉਦਯੋਗ ਜਿਹੜੇ ਹੈਗੇ ਆ ਖਤਮ ਹੋਣਗੇ। ਗੱਲ ਕਰਦੇ, ਕੀ ਨਾਮ ਸਰ ਆਪਣਾ ਜੀ? ਮੇਰਾ ਨਾਮ ਐਡਵੋਕੇਟ ਅਮਿਤ ਸ਼ੁਕਲਾ। ਕੀ ਕਹਿਣਾ ਚਾਹੁੰਦੇ ਹੋ? ਗੱਲ ਕੀਤੀ ਜਾ ਰਹੀ ਹੈ ਬਾਈਕਾਟ ਨੂੰ ਲੈ ਕੇ ਤੇ ਇੰਡਸਟਰੀ ਜਿਹੜੀ ਮੇਕ ਇਨ ਇੰਡੀਆ ਦਾ ਨਾਅਰਾ ਦਿੱਤਾ ਗਿਆ ਸੀ, ਕੀ ਮੰਨਦੇ ਹੋ? ਪਹਿਲਾਂ ਤਾਂ ਸ਼ਹੀਦਾਂ ਨੂੰ ਬਹੁਤ ਸਾਰਾ ਨਮਨ ਹੈ, ਮੇਰੇ ਵੱਲੋਂ ਪ੍ਰਣਾਮ ਹੈ। ਪਰ ਇੱਕ ਗੱਲ ਸਮਝਣ ਦੀ ਹੈ, ਪ੍ਰੈਕਟੀਕਲ ਗੱਲ ਹੈ। ਮੈਂ 1 ਮਿੰਟ ਲਵਾਂਗਾ ਸਾਰੀ ਗੱਲ ਲਿਖਣ। ਪ੍ਰੈਕਟੀਕਲ ਗੱਲ ਹੈ ਕਿ ਆਮ ਲੋਕ, ਭਾਵੇਂ ਕੋਈ ਪੋਲੀਟੀਕਲ ਧੜਾ ਹੈ ਚਾਹੇ ਕੋਈ ਵੀ ਹੈ, ਉਹ ਕਹਿ ਰਹੇ ਨੇ ਵੀ ਅਸੀਂ ਬਾਈਕਾਟ ਕਰਾਂਗੇ। ਪਰ ਪ੍ਰੈਕਟੀਕਲ ਗੱਲ ਇਹ ਹੈ ਵੀ ਜਿਹੜੀਆਂ ਸੈਂਟਰ ਦੀ ਸਰਕਾਰ ਹੈ ਉਹ ਚਾਈਨਾ ਦੇ ਨਾਲ MOPs ਜਿਹੜੇ ਸਾਈਨ ਕਰਦੇ ਨੇ, ਉਹਨਾਂ ਦੇ ਵੱਡੇ ਵੱਡੇ ਪ੍ਰੋਟੋਕੋਲਸ ਹੁੰਦੇ ਨੇ, ਮਾਰਕੀਟ ਤੇ ਇਕਨੋਮੀ ਨੂੰ ਲੈ ਕੇ ਉਹਨਾਂ ਦੇ ਰਿਲੇਸ਼ਨਸ ਨੇ। ਸਾਨੂੰ ਸਮਝਣਾ ਚਾਹੀਦਾ ਵੀ ਅੱਜ ਇੰਡੀਆ ਦੀ ਇਕਨੋਮੀ ਗਲੋਬਲ ਤੇ ਡਿਪੈਂਡ ਕਰਦੀ ਹੈ। ਜਦੋਂ ਗਲੋਬਲ ਦੇ ਵਿੱਚ ਡਾਲਰ ਦਾ ਰੇਟ ਘਟਦਾ ਵੱਧਦਾ, ਸਾਡੇ ਇੱਥੇ ਕੀਮਤਾਂ ਵੱਧਦੀਆਂ ਘਟਦੀਆਂ ਨੇ। ਅਸੀਂ ਚਾਈਨਾ ਦੀ ਇਕਨੋਮੀ ਸਾਡੇ ਸਿਰ ਤੇ ਚੱਲ ਰਹੀ ਹੈ, ਸਾਡੀ ਇਕਨੋਮੀ ਕਿਸੇ ਹੋਰ ਦੇ ਸਿਰ ਤੇ ਚੱਲ ਰਹੀ ਹੈ। ਇੱਕ ਪੂਰੀ ਸਿਲਸਿਲੇਵਾਰ ਲੁੱਟ ਜਿਹੜੀ ਵੱਡੇ ਮੁਲਕਾਂ ਦੁਆਰਾ ਛੋਟੇ ਮੁਲਕਾਂ ਨੂੰ ਕੀਤੀ ਜਾ ਰਹੀ ਹੈ। ਸਾਨੂੰ ਸਮਝਣ ਦੀ ਲੋੜ ਹੈ ਵੀ ਆਮ ਲੋਕ ਜਿੰਨੇ ਮਰਜ਼ੀ ਚਾਈਨਾ ਦੇ ਖਿਲਾਫ ਨਾਅਰੇ ਲਾਈ ਜਾਣ, ਪਰ ਜਦੋਂ ਤੱਕ ਇੱਥੋਂ ਦੀ ਸਰਕਾਰ, ਸੈਂਟਰ ਸਰਕਾਰ ਜਿਹੜਾ ਬਾਈਕਾਟ ਨੂੰ ਲੈ ਕੇ ਸਵਦੇਸ਼ੀ ਦਾ ਨਾਅਰਾ ਦੇਣ ਵਾਲੀ ਸਰਕਾਰ ਹੈ, ਜਦੋਂ ਤੱਕ ਉਹ ਪ੍ਰੈਕਟੀਕਲ ਰੂਪ ਦੇ ਵਿੱਚ ਇਸ ਗੱਲ ਨੂੰ ਨਹੀਂ ਮੰਨਦੀ ਵੀ ਚਾਈਨਾ ਦਾ ਬਾਈਕਾਟ ਕਿਵੇਂ ਕੀਤਾ ਜਾਵੇ। ਹੁਣ ਤੁਹਾਡੇ ਮੇਰੇ ਹੱਥ ਦੇ ਵਿੱਚ ਤਾਂ ਹੈ ਨਹੀਂ ਵੀ ਚਾਈਨਾ ਦਾ ਜਾ ਕੇ ਅਸੀਂ ਜੋ ਇਹਨਾਂ ਨੇ MOP ਸਾਈਨ ਕੀਤੇ ਹੋਏ ਨੇ ਜਾਂ ਜਿਹੜੀਆਂ ਇਹਨਾਂ ਦੀ ਟ੍ਰੀਟੀਜ਼ ਨੇ ਉਹ ਸਾਈਨ ਕੀਤੇ ਹੋਏ ਨੇ, ਅਸੀਂ ਉਹਨਾਂ ਨੂੰ ਬਦਲ ਨਹੀਂ ਸਕਦੇ। ਇਹ ਸਰਕਾਰਾਂ ਤੇ ਪਾਵਰ ਦਾ, ਸੱਤਾ ਦਾ ਖੇਡ ਹੈ, ਸਾਨੂੰ ਸਮਝਣਾ ਚਾਹੀਦਾ ਹੈ। ਇੱਕ ਦੂਜਾ ਹੋਰ ਹੈ, ਮੈਂ ਥੋੜ੍ਹਾ ਜਿਹਾ ਆਸਪੈਕਟ ਵੈਸੇ ਕਹਿਣਾ ਨਹੀਂ ਚਾਹੀਦਾ, ਉਹਨਾਂ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਕਹਿਣਾ, ਜਦੋਂ ਦੇਸ਼ ਦੇ ਵਿੱਚ ਚੋਣਾਂ ਹੁੰਦੀਆਂ ਨੇ ਉਦੋਂ ਬਾਰਡਰਾਂ ਦੇ ਉੱਤੇ ਗਰਮੀ ਵੱਧ ਜਾਂਦੀ ਹੈ, ਉਦੋਂ ਅਜਿਹੀਆਂ ਘਟਨਾਵਾਂ ਵੱਧ ਜਾਂਦੀਆਂ ਨੇ। ਸਾਨੂੰ ਸਰਕਾਰ ਦੀ ਮਨਸ਼ਾ, ਨੀਅਤ ਨੂੰ ਸਮਝਣ ਦੀ ਲੋੜ ਹੈ ਵੀ ਇਹੀ ਜਦੋਂ ਹੁਣ ਬਿਹਾਰ ਦੀਆਂ ਚੋਣਾਂ ਆ ਰਹੀਆਂ ਨੇ ਉਦੋਂ ਇਹੋ ਜਿਹਾ ਮਾਹੌਲ ਕਿਉਂ ਕ੍ਰੀਏਟ ਹੁੰਦਾ ਹੈ। ਕਦੋਂ ਪਾਕਿਸਤਾਨ ਨਾਲ ਹੋ ਜਾਂਦਾ ਜਦੋਂ 2019 ਦੀਆਂ ਚੋਣਾਂ ਹੁੰਦੀਆਂ ਨੇ, ਤੇ ਜਦੋਂ ਕੋਈ ਹੋਰ ਸੂਬਾ ਸਰਕਾਰਾਂ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੇ ਨੇ ਤਾਂ ਉੱਥੇ ਚੀਨ ਦੇ ਨਾਲ ਸਾਡੇ ਇਹ ਮਸਲੇ ਵੱਧ ਜਾਂਦੇ। ਦੇਖਣ ਵਾਲੀ ਗੱਲ ਹੈ। ਸਾਡੇ ਨਾਲ ਖੜੇ ਨੇ ਸਰਬਜੀਤ ਸਿੰਘ ਹੁੰਦਲ ਜੀ। ਹੁੰਦਲ ਸਾਹਿਬ, ਤੁਸੀਂ ਕੀ ਮੰਨਦੇ ਹੋ ਜੋ ਅੱਜ ਬਾਈਕਾਟ ਦੀ ਗੱਲ ਕੀਤੀ ਜਾ ਰਹੀ ਆ? ਅਗਰ ਬਾਈਕਾਟ ਹੁੰਦਾ ਹੈ ਤਾਂ ਇੰਡੀਅਨ ਜਿਹੜੇ ਹੈਗੇ ਆ ਉਦਯੋਗ ਜਿਹੜੇ ਹੈਗੇ ਆ, ਕੀ ਉਹ ਸਮਾਨ ਉਸੇ ਰੇਟ ਤੇ ਮੁਹੱਈਆ ਕਰਵਾ ਸਕਣਗੇ ਸਾਡੇ ਭਾਰਤੀਆਂ ਨੂੰ ਜੋ ਅੱਜ ਚਾਈਨਾ ਦਾ ਸਮਾਨ ਮਿਲਦਾ ਹੈ?
ਦੇਖੋ, ਪਹਿਲਾਂ ਤਾਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਜਿਹੜੇ ਸਾਡੇ ਦੇਸ਼ ਦੇ ਸਪੂਤ ਨੇ, ਚਾਈਨਾ ਬਾਰਡਰ ਤੇ ਸ਼ਹੀਦ ਹੋਏ ਨੇ, ਉਹਨਾਂ ਨੂੰ ਬਹੁਤ ਬਹੁਤ ਪ੍ਰਣਾਮ। ਤੇ ਦੂਜੀ ਗੱਲ ਹੈ ਜੀ, ਤੁਸੀਂ ਗੱਲ ਕਰਦੇ ਆ ਸਮਾਨ ਦੀ ਜੋ ਅਸੀਂ ਚਾਈਨਾ ਤੋਂ ਲੈਂਦੇ ਆ। ਵਰਲਡ ਦੀ ਸਭ ਤੋਂ ਵੱਡੀ ਮੰਡੀ ਹੈਗੀ ਆ ਜੀ ਹਿੰਦੁਸਤਾਨ। ਅੰਗਰੇਜ਼ ਵੀ ਈਸਟ ਇੰਡੀਆ ਕੰਪਨੀ ਬਣਾ ਕੇ ਹਿੰਦੁਸਤਾਨ ਦੇ ਵਿੱਚ ਐਂਟਰ ਹੋਏ ਔਰ ਆਪਣਾ ਸਮਾਨ ਵੇਚਦੇ ਰਹੇ ਇੱਥੇ ਆ ਕੇ। ਜਿਹੜੇ ਸਾਡੇ ਸਾਧਨ ਨੇ, ਕੁਦਰਤੀ ਸਾਧਨ, ਉਹਨਾਂ ਦੀ ਲੁੱਟ ਵੀ ਉਦੋਂ ਤੋਂ ਲੈ ਕੇ ਹੁਣ ਤੱਕ ਵੀ ਜਾਰੀ ਆ, ਕੋਈ ਫਰਕ ਨਹੀਂ ਪਿਆ। ਤੇ ਬਾਕੀ ਤੁਸੀਂ ਦੂਜੀ ਗੱਲ ਕਰਦੇ ਚਾਈਨਾ ਦੇ ਸਮਾਨ ਦਾ ਬਾਈਕਾਟ ਕਰਨ ਦੀ, ਦੇਖੋ ਹਿੰਦੁਸਤਾਨ ਦੇ ਵਿੱਚ ਜਿਹੜੀ ਡਿਮਾਂਡ ਹੈਗੀ ਚਾਈਨਾ ਸਮਾਨ ਦੀ ਬਹੁਤ ਜ਼ਿਆਦਾ ਏ, ਕਿਉਂਕਿ ਚਾਈਨਾ ਦੇ ਵਿੱਚ ਕਰਪਸ਼ਨ ਨਹੀਂ ਆ। ਸਾਡੇ ਦੇਸ਼ ਦੇ ਵਿੱਚ ਇਹ ਕੌੜੀ ਸੱਚਾਈ ਆ ਕਿ ਸਾਡੇ ਦੇਸ਼ ਦੇ ਵਿੱਚ ਕਰਪਸ਼ਨ ਆ। ਅਸੀਂ ਇੰਡਸਟਰੀ ਲਾਉਣ ਦੇ ਵਿੱਚ ਪਿਛਲੇ 70 ਸਾਲਾਂ ਦੇ ਵਿੱਚ ਬਹੁਤ ਸਰਕਾਰਾਂ ਆਈਆਂ ਤੇ ਗਈਆਂ, ਪਰੰਤੂ ਅਸੀਂ ਇੰਡਸਟਰੀ ਨੂੰ ਆਪਣੇ ਦੇਸ਼ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਇਸ ਕਰਕੇ ਸਾਨੂੰ ਮਜਬੂਰੀ ਤੌਰ ਤੇ ਚਾਈਨਾ ਤੋਂ ਸਮਾਨ ਖਰੀਦਣਾ ਪੈ ਰਿਹਾ। ਅੱਜ ਚਾਈਨਾ ਦੇ ਵਿੱਚ ਦੇਖੋ, ਇੰਡਸਟਰੀ ਦੇ ਵਿੱਚ ਚਾਈਨਾ ਸਰਕਾਰ ਨੂੰ ਵੀ ਪ੍ਰੋਪਰ ਟੈਕਸ ਜਾ ਰਿਹਾ। ਜਿਹੜੇ ਇੰਡਸਟਰੀਲਿਸਟ ਆ ਉਹ ਵੀ ਖੁਸ਼ ਨੇ, ਜਿਹੜਾ ਹੋਲਸੇਲਰ ਉਹ ਵੀ ਖੁਸ਼ ਹੈ, ਜਿਹੜਾ ਐਕਸਪੋਰਟ ਕਰਦਾ ਉਹ ਵੀ ਖੁਸ਼ ਆ। ਤੇ ਇੰਡੀਆ ਦੇ ਵਿੱਚ ਵੀ ਇਹੀ ਹਾਲਾਤ ਨੇ, ਜਿਹੜਾ ਹੋਲਸੇਲਰ, ਰਿਟੇਲਰ ਔਰ ਕਸਟਮਰ ਸਾਰੇ ਖੁਸ਼ ਨੇ। ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਜੀ ਕਿ ਉਹ ਜਿਹੜੇ ਕੰਟਰੀਜ਼ ਆ ਕਰਪਸ਼ਨ ਫਰੀ ਨੇ। ਸਾਡੇ ਦੇਸ਼ ਦੇ ਵਿੱਚ ਅਗਰ ਕੋਈ ਇੰਡਸਟਰੀ ਲੱਗਦੀ, ਚਾਹੇ ਸਮਾਲ ਸਕੇਲ ਇੰਡਸਟਰੀ ਆ ਚਾਹੇ ਵੱਡੀ ਸਕੇਲ ਦੀ ਇੰਡਸਟਰੀ ਆ, ਸਰਕਾਰ ਰਿਆਇਤਾਂ ਦੇਣ ਦੀ ਬਜਾਏ ਜਿੰਨੇ ਵੀ ਡਿਪਾਰਟਮੈਂਟਸ ਨੇ, ਕੰਸਰਨ ਡਿਪਾਰਟਮੈਂਟ ਇੰਡਸਟਰੀ ਦੇ, ਉਹ ਆ ਕੇ ਇੰਡਸਟਰੀ ਨੂੰ ਚਾਲੂ ਕਰਨ ਦੀ ਬਜਾਏ ਜ਼ਿਆਦਾ ਤਵੱਜੋ ਉਹਨਾਂ ਦੀ ਬੰਦ ਕਰਾਉਣ ਨੂੰ ਰਹਿੰਦੀ ਆ ਕਿ ਕਿਸ ਤਰ੍ਹਾਂ ਅਸੀਂ ਅੰਡਰ ਦਾ ਟੇਬਲ ਰਿਸ਼ਵਤ ਲੈ ਕੇ ਉਹਨਾਂ ਨੂੰ NOC ਗਲਤ ਢੰਗ ਨਾਲ ਦੇ ਕੇ ਮਾਲ ਦੀ ਕੁਆਲਿਟੀ ਚੈੱਕ ਨਹੀਂ ਕਰਦੇ। ਇਸ ਕਰਕੇ ਜਿਹੜੀ ਸਾਡੀ ਇੰਡਸਟਰੀ ਆ, ਜਿਹੜੀ ਸਾਡੀ ਕੁਆਲਿਟੀ ਆ, ਚਾਈਨਾ ਦੇ ਮੁਕਾਬਲੇ ਕਿਤੇ ਵੀ ਸਟੈਂਡ ਨਹੀਂ ਕਰਦੀ। ਬਿਲਕੁਲ ਵੱਡੇ ਸਵਾਲ ਉੱਠ ਰਹੇ ਨੇ, ਕਿਉਂਕਿ ਜਿੱਥੇ ਬਾਈਕਾਟ ਦੀ ਗੱਲ ਕੀਤੀ ਜਾ ਰਹੀ ਉੱਥੇ ਹੀ ਸਾਡੇ ਭਾਰਤ ਦੇ ਜਿਹੜੇ ਹੈਗੇ ਸਰਕਾਰਾਂ ਤੇ ਵੀ ਸਵਾਲ ਉੱਠ ਰਹੇ ਨੇ ਕਿ ਇੱਕ ਚਾਈਨਾ ਦਾ ਸਮਾਨ ਆ, ਬਾਹਰੋਂ ਐਕਸਪੋਰਟ ਹੋਣ ਤੋਂ ਬਾਅਦ ਵੀ ਇੱਥੇ ਕਸਟਮਰ ਨੂੰ ਸਸਤਾ ਮਿਲਦਾ ਹੈ, ਪਰੰਤੂ ਜੋ ਇੰਡੀਆ ਵਿੱਚ ਸਮਾਨ ਬਣਦਾ ਉਸ ਦੇ ਬਾਵਜੂਦ ਉਹਨੂੰ ਕੋਈ ਬਾਹਰੋਂ ਟੈਕਸ ਨਹੀਂ ਦੇਣਾ ਪੈਂਦਾ। ਉਸ ਦੇ ਬਾਵਜੂਦ ਉਹ ਸਮਾਨ ਮਹਿੰਗਾ ਮਿਲ ਰਿਹਾ ਹੈ ਤੇ ਅਸੀਂ ਗੱਲਾਂ ਕਰ ਰਹੇ ਹਾਂ ਬਾਈਕਾਟ ਦੀਆਂ। ਵੱਡੇ ਸਵਾਲ ਸਰਕਾਰਾਂ ਤੇ ਉੱਠ ਰਹੇ ਨੇ ਕਿ ਜਦੋਂ ਮੇਕ ਇਨ ਇੰਡੀਆ ਦਾ ਨਾਅਰਾ ਦਿੱਤਾ ਗਿਆ ਹੈ ਤਾਂ ਉਹ ਕਿਉਂ ਸਫਲ ਨਹੀਂ ਹੋ ਰਿਹਾ, ਕਿਉਂ ਇੰਡਸਟਰੀ ਨਹੀਂ ਲੱਗ ਰਹੀ। ਜੋ ਸਮਾਨ ਚਾਈਨਾ ਦਾ ਸਸਤਾ ਇੱਥੇ ਵਧੀਆ ਕੁਆਲਿਟੀ ਦਾ ਮਿਲ ਰਿਹਾ ਹੈ, ਕਿਉਂ ਸਰਕਾਰਾਂ ਸਾਡੀਆਂ ਇਹ ਸਮਾਨ ਜਿਹੜਾ ਇੱਥੇ ਬਣਾਉਣ ਦੇ ਵਿੱਚ ਫੇਲ ਸਾਬਤ ਹੋ ਰਹੀਆਂ ਹੈ। ਵੱਡਾ ਕਾਰਨ ਇਹ ਵੀ ਦੱਸਿਆ ਲੋਕਾਂ ਨੇ ਕਿ ਇੱਥੇ ਜਦੋਂ ਤੱਕ ਕਰਪਸ਼ਨ ਖਤਮ ਨਹੀਂ ਹੁੰਦੀ ਉਦੋਂ ਤੱਕ ਇਹ ਜਿਹੜੀ ਇੰਡਸਟਰੀ ਇੱਥੇ ਨਹੀਂ ਕਾਮਯਾਬ ਹੋ ਸਕਦੀ। ਸਮਾਨ ਜਿਹੜਾ ਮਹਿੰਗੇ ਰੇਟਾਂ 'ਤੇ ਹੀ ਮਿਲੇਗਾ ਇੰਡੀਆ ਦਾ ਬਣਿਆ ਹੋਇਆ। ਇਸ ਕਰਕੇ ਬਾਈਕਾਟ ਕਰਨ ਤੋਂ ਪਹਿਲਾਂ ਜਿਹੜਾ ਸਰਕਾਰਾਂ ਨੂੰ ਇਹ ਸੋਚਣਾ ਪਵੇਗਾ ਕਿ ਜੋ ਸਮਾਨ ਚਾਈਨਾ ਵੱਲੋਂ ਸਸਤੇ ਰੇਟਾਂ 'ਤੇ ਔਰ ਵਧੀਆ ਕੁਆਲਿਟੀ ਦੇ ਇੱਥੇ ਮੁਹੱਈਆ ਕਰਵਾਇਆ ਜਾਂਦਾ ਹੈ, ਅਗਰ ਸਰਕਾਰਾਂ ਉਹ ਸਮਾਨ ਇੱਥੇ ਮੁਹੱਈਆ ਕਰਵਾ ਦਿੰਦੀਆਂ ਹੈ ਤਾਂ ਉਸ ਦੇ ਬਾਅਦ ਆਪਣੇ ਆਪ ਲੋਕ ਬਾਈਕਾਟ ਕਰ ਦੇਣਗੇ ਚਾਈਨਾ ਦਾ, ਜਿਸ ਦੇ ਨਾਲ ਚਾਈਨਾ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕੀਤਾ ਜਾ ਸਕਦਾ ਹੈ। ਕਿਉਂਕਿ ਸਭ ਤੋਂ ਵੱਡਾ ਜਿਹੜਾ ਮੰਡੀ ਅੱਜ ਮਾਰਕੀਟ ਆ ਚਾਈਨਾ ਦੀ, ਇੰਡੀਆ ਹੈ। ਸਭ ਤੋਂ ਜ਼ਿਆਦਾ ਪੈਸਾ ਕਮਾ ਕੇ ਇੰਡੀਆ ਤੋਂ ਚਾਈਨਾ ਤਰੱਕੀ ਕਰ ਰਿਹਾ ਤੇ ਉਹੀ ਪੈਸਾ ਅੱਜ ਇੰਡੀਆ ਦੇ ਖਿਲਾਫ ਜਿਹੜਾ ਵਰਤਿਆ ਜਾ ਰਿਹਾ ਹੈ, ਚਾਹੇ ਚਾਈਨਾ ਆਪਣੀ ਫੌਜ 'ਤੇ ਖਰਚ ਕਰ ਰਿਹਾ ਚਾਹੇ ਹਥਿਆਰਾਂ 'ਤੇ। ਸੋਚਣ ਦੀ ਗੱਲ ਹੈ। ਬਾਈਕਾਟ ਕਰਨ ਤੋਂ ਪਹਿਲਾਂ ਸਰਕਾਰਾਂ ਨੂੰ ਇਸ ਦੇ ਬਿਲਕੁਲ ਧਿਆਨ ਦੇਣਾ ਪਵੇਗਾ। ਜੋ ਸਮਝੌਤੇ ਕੀਤੇ ਗਏ ਨੇ ਕਿਤੇ ਨਾ ਕਿਤੇ ਉਹ ਜਿਹੜਾ ਸਮਾਨ ਬਾਹਰੋਂ ਆਉਂਦਾ ਹੈ ਉਹ ਇੱਥੇ ਮੁਹੱਈਆ ਕਰਵਾਇਆ ਜਾਵੇ ਤੇ ਸਮਾਨ ਜੋ ਬਾਹਰੋਂ ਆਉਂਦਾ ਚਾਈਨਾ ਤੋਂ ਉਸ ਦੇ ਜਿਹੜੇ ਸਮਝੌਤੇ ਉਹ ਰੱਦ ਕੀਤੇ ਜਾਣ ਤਾਂ ਕਿ ਚਾਈਨਾ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾਵੇ ਤੇ ਸਾਡੇ ਦੇਸ਼ ਦੀ ਜਿਹੜੀ ਫੌਜ ਆ ਉਹਨੂੰ ਮਜ਼ਬੂਤ ਕੀਤਾ ਜਾ ਸਕੇ। ਰੂਪਨਗਰ ਤੋਂ ਕੈਮਰਾਮੈਨ ਅਕਸ਼ੇ ਦੇ ਨਾਲ ਸੱਜਣ ਸਿੰਘ ਸੈਣੀ, ਜਗਬਾਣੀ TV।